केंद्र सरकार वालों 11 अक्तूबर 2019 ਨੂੰ ਜਿਹੜੇ ਸਿੱਖ ਕੈਦੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਰਿਹਾ ਕੀਤੇ ਗਏ ਸੀ। और मैं जी खास तुहाडे ध्यान विच लियाउणा चाहुंदा, कल बीजेपी आगू सरदार मनजिंदर सिंह सिरसा होरां ने एक वीडियो पाई जिहड़ा वो दिखा रहे सी नोटिफिकेशन। ਅਸੀਂ ਉਧਰ ਨੂੰ ਉਲਰ ਜਾਂਦੇ ਆ, ਪਤਾ ਨਹੀਂ ਉਹ ਸਾਡਾ ਕੀ ਕਰਦੇ ਹੋਣਗੇ। ਕਰਨਾ ਕਿਸੇ ਨੇ ਕੁਛ ਨਹੀਂ, ਜਦੋਂ ਤੱਕ ਅਸੀਂ ਸਵੈ ਪੜਚੋਲ ਕਰਕੇ ਸਾਡੀ ਲੜਾਈ ਕੀ ਆ ਇਹ ਨਹੀਂ ਪਛਾਣਦੇ। ਔਰ ਇਹ ਗੱਲ ਸੰਤ ਜਰਨੈਲ ਸਿੰਘ ਭਿੰਡਰਾਣਾ ਨੇ ਪਛਾਣ ਲਈ ਸੀ ਜਦੋਂ ਉਹਨਾਂ ਨੇ ਕੌਮ ਨੂੰ ਇਹ ਕਿਹਾ ਸੀ ਵੀ ਇਹ ਗੁਲਾਮੀ ਤੁਹਾਨੂੰ ਗਲੋਂ ਲਾਉਣੀ। ਸਤਿ ਸ੍ਰੀ ਅਕਾਲ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੀਪ ਸਿੱਧੂ ਦੀ ਇੱਛਾ ਵੀ ਸੀ ਅਤੇ ਉਹ ਇਸ ਦੇ ਲਈ ਕਾਫੀ ਜ਼ਿਆਦਾ ਜੱਦੋਜਹਿਦ ਅਤੇ ਲੜਾਈ ਵੀ ਕਰਦੇ ਰਹੇ ਕਿ ਬੰਦੀ ਸਿੰਘ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਅਤੇ ਜਿਵੇਂ ਕਿ ਆਪਾਂ ਵੀ ਤੁਹਾਡੇ ਨਾਲ ਇਸ ਤੋਂ ਪਹਿਲਾਂ ਖਬਰ ਸਾਂਝੀ ਕੀਤੀ ਸੀ, ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਕਿਹਾ ਸੀ ਕਿ ਕੇਂਦਰ ਸਰਕਾਰ ਵੱਲੋਂ 8 ਜੋ ਬੰਦੀ ਸਿੰਘਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ। ਪਰ ਦੋਸਤੋ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ, ਜਿਵੇਂ ਕਿ ਕਹਿ ਸਕਦੇ ਹਾਂ ਕਿ ਇੱਕ ਵੱਡਾ ਧੋਖਾ ਹੋਇਆ, ਜਿਸ ਬਾਰੇ ਕਿ ਮਾਝੀ ਸਾਹਿਬ ਨੇ ਸਾਹਮਣੇ ਆ ਕੇ ਕੁਝ ਅਹਿਮ ਖੁਲਾਸੇ ਕੀਤੇ ਨੇ। ਕੀ ਹੈ ਪੂਰਾ ਮਾਮਲਾ, ਕੀ ਪੂਰਾ ਘਟਨਾਕ੍ਰਮ ਹੋਇਆ, ਕੀ ਧੋਖਾ ਹੋਇਆ, ਆਓ ਦਿਖਾਉਣ ਦੇ ਲਈ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਦੀ ਇਸ ਵੀਡੀਓ ਵੱਲ। ਇਸ ਸਾਰੇ ਮਸਲੇ ਤੇ ਤੁਸੀਂ ਆਪਣੀ ਰਾਏ ਕਮੈਂਟਾਂ 'ਚ ਜ਼ਰੂਰ ਸਾਂਝੀ ਕਰਕੇ ਜਾਣਾ ਤੇ ਨਵੇਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੀ ਕੱਲ 2 ਮਾਰਚ 2022 ਨੂੰ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ 100 ਉਮਰ ਕੈਦੀਆਂ ਦੀ ਸਜ਼ਾ ਸੰਬੰਧੀ ਫੈਸਲਾ ਹੋਣਾ ਸੀ। ਤਾਂ ਕੱਲ ਦੇਰ ਰਾਤ ਤੱਕ ਜਿਹੜਾ ਪਤਾ ਲੱਗਿਆ ਉਹਦੇ ਮੁਤਾਬਕ ਇਹ ਹੈ ਕਿ ਪ੍ਰੋਫੈਸਰ ਭੁੱਲਰ ਸਾਹਿਬ ਦੀ ਜਿਹੜੀ ਫਾਈਲ ਹੈ, ਜਿਹੜਾ ਉਹਨਾਂ ਦਾ ਕੇਸ ਹੈ, ਉਹ ਡੈਫਰ ਕਰ ਦਿੱਤਾ ਗਿਆ ਹੈ, ਜਿਹਦਾ ਮਤਲਬ ਹੈ ਕਿ ਪ੍ਰੋਫੈਸਰ ਭੁੱਲਰ ਦੇ ਕੇਸ ਸੰਬੰਧੀ ਅਗਲੀ ਮੀਟਿੰਗ ਦੇ ਵਿੱਚ ਫੈਸਲਾ ਹੋਊਗਾ। ਤਾਂ ਇਹਦੇ ਨਾਲ ਸੰਗਤ ਵਿੱਚ ਇੱਕ ਜਿਹੜੀ ਚਰਚਾ ਚੱਲ ਰਹੀ ਹੈ ਕੱਲ ਦੀ, ਉਹ ਇਹ ਹੈ ਕਿ ਹੁਣ ਇਹ ਮਾਮਲਾ ਜਿਹੜਾ ਭੁੱਲਰ ਸਾਹਿਬ ਵਾਲਾ ਉਹ 3 ਮਹੀਨਿਆਂ ਦੇ ਲਈ ਲਟਕ ਗਿਆ ਹੈ। ਪਰ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਕੇਜਰੀਵਾਲ ਸਰਕਾਰ ਹੁਣ ਵੀ ਸੁਹਿਰਦਤਾ ਤੋਂ ਕੰਮ ਲਵੇ ਤਾਂ ਉਹ ਜਦੋਂ ਮਰਜ਼ੀ ਐਮਰਜੈਂਸੀ ਮੀਟਿੰਗ ਸੱਦ ਕੇ ਸੈਂਟੈਂਸ ਰਿਵਿਊ ਬੋਰਡ ਦੀ, ਤਾਂ ਜਦੋਂ ਮਰਜ਼ੀ ਜਿਹੜਾ ਸਾਡੇ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਦੇ ਹਿਰਦਿਆਂ ਨੂੰ ਠੰਡਾ ਕਰ ਸਕਦੀ ਹੈ, ਸ਼ਾਂਤ ਕਰ ਸਕਦੀ ਹੈ, ਉਹ ਫੈਸਲਾ ਜਿਹੜਾ ਭੁੱਲਰ ਸਾਹਿਬ ਦੇ ਹੱਕ ਵਿੱਚ ਲੈ ਸਕਦੀ ਹੈ। ਸੋ ਇੱਕ ਗੱਲ ਤਾਂ ਬੜੀ ਚੰਗੀ ਹੋਈ ਹੈ ਕਿ ਜਿਵੇਂ ਪਿਛਲੀ ਵਾਰ ਪਹਿਲਾਂ 4 ਵਾਰ ਕੇਜਰੀਵਾਲ ਸਰਕਾਰ ਨੇ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਵਾਲੀ ਫਾਈਲ ਨੂੰ ਰਿਜੈਕਟ ਕੀਤਾ, ਇਸ ਵਾਰ ਉਹਨਾਂ ਨੇ ਰਿਜੈਕਟ ਤਾਂ ਨਹੀਂ ਕੀਤਾ, ਘੱਟੋ ਘੱਟ ਡੈਫਰ ਕੀਤਾ ਕੇਸ, ਜਿਹਦਾ ਮਤਲਬ ਹੈ ਕਿ ਅਜੇ ਕੇਸ ਹੋਰ ਲਟਕ ਗਿਆ ਥੋੜਾ ਜਿਹਾ। ਔਰ ਗੁਰੂ ਸਾਹਿਬ ਕਿਰਪਾ ਕਰਨਗੇ, ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਪਾਂ ਡਟ ਕੇ ਆਵਾਜ਼ ਬੁਲੰਦ ਕਰੀਏ। ਔਰ ਮੈਂ ਜਿਹੜੀ ਖਾਸ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ, ਕੱਲ ਬੀਜੇਪੀ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਇੱਕ ਵੀਡੀਓ ਪਾਈ ਜਿਹੜਾ ਉਹ ਦਿਖਾ ਰਹੇ ਸੀ ਨੋਟੀਫਿਕੇਸ਼ਨ। ਕੇਂਦਰ ਸਰਕਾਰ ਦਾ ਆਹ ਨੋਟੀਫਿਕੇਸ਼ਨ ਦਿਖਾ ਰਹੇ ਸੀ ਜਿਹੜਾ ਕਿ 11 ਅਕਤੂਬਰ 2019 ਨੂੰ ਕੇਂਦਰ ਸਰਕਾਰ ਨੇ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ। ਮੈਂ ਦੱਸਣਾ ਚਾਹੁੰਦਾ ਕਿ ਇਸ ਨੋਟੀਫਿਕੇਸ਼ਨ ਦੇ ਮੁਤਾਬਕ 8 ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਣੀ ਹੈ ਔਰ ਇੱਕ ਸਿੰਘ ਜਿਹੜੇ ਨੇ ਭਾਈ ਰਾਜੋਆਣਾ ਸਾਹਿਬ, ਉਹਨਾਂ ਦੀ ਜਿਹੜੀ ਫਾਂਸੀ ਹੈ ਉਹ ਉਮਰ ਕੈਦ ਦੇ ਵਿੱਚ ਬਦਲਣੀ ਹੈ। ਸਿਰਸਾ ਸਮੇਤ ਜਿਹੜੇ ਸਿੱਖ ਲੀਡਰ ਬੀਜੇਪੀ ਦੇ ਨਾਲ ਗੱਠਜੋੜ ਰੱਖਦੇ ਹੈ ਜਾਂ ਬੀਜੇਪੀ ਵਿੱਚ ਸਿੱਧੇ ਸ਼ਾਮਲ ਹੋ ਚੁੱਕੇ ਹੈ, ਉਹਨਾਂ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਸਮੁੱਚੇ ਨੋਟੀਫਿਕੇਸ਼ਨ ਦੀ ਗੱਲ ਕਰਨ।
क्योंकि देखो होया ਇਹ ਹੈ ਅਜੇ ਤੱਕ ਆ ਜਿਹੜਾ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਇਹਦੇ ਵਿੱਚ ਸਿਰਫ ਅਜੇ ਤੱਕ 3 ਸਿੰਘ ਜਿਹੜੇ ਨੇ ਉਹ ਰਿਹਾ ਹੋਏ ਨੇ। ਭਾਈ ਲਾਲ ਸਿੰਘ ਜੀ, ਭਾਈ ਨੰਦ ਸਿੰਘ ਤੇ ਭਾਈ ਸੁਬੇਗ ਸਿੰਘ, 3 ਸਿੰਘ ਰਿਹਾ ਹੋਏ ਹੈ। ਔਰ ਇਸ ਨੋਟੀਫਿਕੇਸ਼ਨ ਦੇ ਵਿੱਚ 3 ਉਹਨਾਂ ਸਿੰਘਾਂ ਦਾ ਨਾਮ ਲਿਖਿਆ ਗਿਆ ਹੈ ਜਿਹੜੇ ਕਿ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਰਿਹਾ ਹੋ ਚੁੱਕੇ ਨੇ, ਜਿਹਦੇ ਵਿੱਚ ਭਾਈ ਬਲਬੀਰ ਸਿੰਘ ਜੀ, ਭਾਈ ਬਰਿਆਮ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਜੀ ਸ਼ਾਮਲ ਹੈ। ਤਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੇਂਦਰੀ ਮੰਤਰੀ ਸਿਖਾਵਤ ਨੂੰ ਮਿਲੇ ਸੀਗੇ, ਜਸਪਾਲ ਸਿੰਘ ਮਨਪੁਰ ਸਾਹਿਬ, ਬਾਪੂ ਗੁਰਚਰਨ ਸਿੰਘ ਸਮੇਤ ਕਈ ਜ਼ਿੰਮੇਵਾਰ ਸੱਜਣ, ਤਾਂ ਉਹਦੇ ਵਿੱਚ ਅਸੀਂ ਕਿਹਾ ਸੀ ਕਿ ਜਿਹੜੇ ਇਹ 3 ਸਿੰਘ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਦਰਜ ਕੀਤੇ ਨੇ, ਜਿਹੜੇ ਪਹਿਲਾਂ ਹੀ ਰਿਹਾ ਹੋ ਚੁੱਕੇ ਨੇ, ਉਹਨਾਂ ਦੀ ਥਾਂ ਤੇ ਤੁਸੀਂ ਜਿਹੜੇ ਸਾਡੇ 3 ਸਿੰਘ 25 ਸਾਲ ਤੋਂ ਵੀ ਵੱਧ ਦੀ ਉਮਰ ਕੈਦ ਜਿਹੜੀ ਸਜ਼ਾ ਭੁਗਤ ਚੁੱਕੇ ਨੇ, ਭਾਈ ਗੁਰਮੀਤ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ ਤੇ ਭਾਈ ਲਖਵਿੰਦਰ ਸਿੰਘ, ਇਹਨਾਂ ਨੂੰ ਰਿਹਾ ਕੀਤਾ ਜਾਵੇ। ਇਹਦੇ ਤੋਂ ਇਲਾਵਾ ਜਿਹੜੇ 2 ਸਿੰਘਾਂ ਦਾ ਮਸਲਾ ਹੈ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਕੇਸ ਕੇਜਰੀਵਾਲ ਦੇ ਸੈਂਟੈਂਸ ਰਿਵਿਊ ਬੋਰਡ ਕੋਲ ਦਿੱਲੀ ਪਿਆ, ਔਰ ਇਸੇ ਤਰ੍ਹਾਂ ਭਾਈ ਗੁਰਦੀਪ ਸਿੰਘ ਖੇੜਾ, ਉਹਨਾਂ ਦਾ ਜਿਹੜਾ ਕੇਸ ਹੈ ਉਹ ਕਰਨਾਟਕ ਦੇ ਵਿੱਚ ਰਜਿਸਟਰਡ ਹੈ। ਇਹ ਗੱਲ ਵੱਖਰੀ ਹੈ ਕਿ ਉਹ ਵੀ ਅੱਜ ਕੱਲ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਵਿੱਚ ਦਿੱਲੀ ਦੀ ਕੇਜਰੀਵਾਲ ਸਰਕਾਰ ਅੜਿੱਕਾ ਬਣੀ ਹੋਈ ਹੈ, ਉੱਥੇ ਭਾਈ ਗੁਰਦੀਪ ਸਿੰਘ ਖੇੜਾ ਦੀ ਰਿਹਾਈ ਦੇ ਵਿੱਚ ਉਹ ਜਿਹੜੀ ਬੀਜੇਪੀ ਸਰਕਾਰ ਹੈ ਕਰਨਾਟਕ ਦੀ, ਉਹ ਅੜਿੱਕਾ ਬਣੀ ਹੋਈ ਹੈ। ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਜਿਹੜੇ ਬੀਜੇਪੀ ਨਾਲ ਸੰਬੰਧਿਤ ਸਿੱਖ ਆਗੂ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬੀਜੇਪੀ ਤੇ ਪ੍ਰੈਸ਼ਰ ਪਾਉਣ ਕਿ ਆਰਟੀਕਲ 72 ਦੇ ਤਹਿਤ ਸਾਰੇ ਬੰਦੀ ਸਿੰਘਾਂ ਨੂੰ ਛੱਡ ਦਿੱਤਾ ਜਾਵੇ, ਜਿਹਦੀ ਟੋਟਲ ਗਿਣਤੀ 23 ਬਣਦੀ ਹੈ। 23 ਦੇ 23 ਬੰਦੀ ਸਿੰਘਾਂ ਨੂੰ ਛੱਡ ਦਿੱਤਾ ਜਾਵੇ, ਜਿਹਦੇ ਵਿੱਚ ਕਈ ਇਹੋ ਜਿਹੇ ਸਿੰਘ ਨੇ 25-25, 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਆਰਟੀਕਲ 72 ਦੇ ਤਹਿਤ ਕੇਂਦਰ ਸਰਕਾਰ ਇਹਨਾਂ ਨੂੰ ਸਿੱਧਾ ਹੀ ਰਿਹਾ ਕਰ ਦੇਵੇ। ਤੇ ਦੂਸਰਾ, ਜੇ ਇਸ ਨੋਟੀਫਿਕੇਸ਼ਨ ਦੀ ਗੱਲ ਹੈ ਤਾਂ ਇਹਦੇ ਮੁਤਾਬਕ ਇਹ ਹੈ ਕਿ ਗੁਰਦੀਪ ਸਿੰਘ ਖੇੜਾ ਤਾਂ ਦੇਖੋ ਉੱਥੇ ਵੀ ਬੀਜੇਪੀ ਹੈ, ਸੈਂਟਰ 'ਚ ਵੀ ਬੀਜੇਪੀ ਹੈ, ਕਰਨਾਟਕ 'ਚ ਵੀ ਬੀਜੇਪੀ ਹੈ, ਤਾਂ ਉਹਨਾਂ ਨੂੰ ਤੁਰੰਤ ਛੱਡਿਆ ਜਾ ਸਕਦਾ ਹੈ। ਤੇ ਇੱਥੇ ਕੇਜਰੀਵਾਲ ਸਰਕਾਰ ਤੁਰੰਤ ਉਹਨਾਂ ਨੂੰ, ਪ੍ਰੋਫੈਸਰ ਭੁੱਲਰ ਸਾਹਿਬ ਨੂੰ ਰਿਹਾ ਕਰ ਸਕਦੀ ਹੈ, ਕਿਉਂਕਿ ਜਦੋਂ ਸੈਂਟੈਂਸ ਰਿਵਿਊ ਬੋਰਡ ਕੋਲ ਇਹ ਮਸਲਾ ਆ ਗਿਆ, ਉਹਨਾਂ ਨੇ ਸਾਈਨ ਕਰਤੇ, ਤਾਂ ਇਹ ਫਾਈਲ ਹੈ ਜਿਹੜੀ ਐਲਜੀ ਕੋਲ ਜਾਣੀ ਹੈ, ਫਿਰ ਡਿਪਟੀ ਹੋਮ ਸੈਕਟਰੀ ਤੋਂ ਅੰਮ੍ਰਿਤਸਰ ਜੇਲ੍ਹ ਨੂੰ ਜਾਊਗੀ। ਤੋਂ ਅੱਗੇ ਜਿਹੜਾ ਕੰਮ ਹੈ ਬੜਾ ਸੌਖਾ ਹੈ, ਗੁਰੂ ਸਾਹਿਬ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਹ ਸਾਡੇ ਭਰਾ ਜਿਹੜੇ ਨੇ ਉਹ ਰਿਹਾ ਹੋ ਸਕਦੇ ਨੇ। ਇਹਦੇ ਤੋਂ ਇਲਾਵਾ ਜਿਹੜਾ ਭਾਈ ਰਾਜੋਆਣੇ ਜੀ ਦਾ ਮਸਲਾ ਹੈ, ਉਹਦੇ ਵਿੱਚ ਤਾਂ ਕਿਸੇ ਸੂਬਾ ਸਰਕਾਰ ਦਾ ਕੋਈ ਹੱਥ ਨਹੀਂ, ਉਹ ਸਿੱਧਾ ਸੈਂਟਰ ਸਰਕਾਰ ਨੇ ਆਰਟੀਕਲ 72 ਦੇ ਤਹਿਤ ਉਹਨਾਂ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲਣਾ ਹੈ। ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਨੀ ਚਾਹੁੰਦਾ ਕਿ ਰਾਜਨੀਤਿਕ ਬਖਰੇਵਿਆਂ ਤੋਂ ਉੱਪਰ ਉੱਠ ਕੇ ਆਪਾਂ ਡਟ ਕੇ ਆਵਾਜ਼ ਬੁਲੰਦ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ। ਦੇਖੋ ਗੁਰੂ ਦੇ ਪਿਆਰੇ ਸਿੱਖੋ, ਇਨਸਾਫ ਪਸੰਦ ਲੋਕੋ, ਮੈਂ ਤੁਹਾਨੂੰ ਆਹ ਡਾਕੂਮੈਂਟ ਦਿਖਾਉਣਾ ਚਾਹੁੰਦਾ ਇੱਕ ਸਰਕਾਰ ਦਾ। ਇਹ 4 ਬੰਦੇ ਉਹ ਨੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਆ। ਇਹ ਮੈਂ ਇਸ ਲਈ ਦੱਸਣਾ ਚਾਹੁੰਦਾ ਕਿ ਕਿੰਨਾ ਜ਼ਰੂਰੀ ਹੈ ਸਾਡਾ ਸਾਰਿਆਂ ਦਾ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮਸਲੇ ਤੇ ਆਵਾਜ਼ ਬੁਲੰਦ ਕਰਨਾ। ਆ ਬੰਦੇ ਨੂੰ ਉਮਰ ਕੈਦ ਹੋਈ ਸੀਗੀ, ਪਰ ਇਹਨੇ ਜੇਲ੍ਹ ਦੇ ਵਿੱਚ, ਮੈਂ ਤੁਹਾਨੂੰ ਦੱਸਦਾ, ਸਿਰਫ 2 ਸਾਲ 4 ਮਹੀਨੇ 6 ਦਿਨ ਬਾਅਦ ਇਹ ਬੰਦਾ ਰਿਹਾ ਹੋ ਗਿਆ। ਦੂਜਾ ਆ ਆਦਮੀ ਜਿਹਨੂੰ ਉਮਰ ਕੈਦ ਹੋਈ ਸੀ, ਇਹਨੇ ਜੇਲ੍ਹ ਦੇ ਵਿੱਚ ਸਿਰਫ 2 ਸਾਲ 5 ਦਿਨ ਲਾਏ ਹੈ। ਤੀਜਾ ਆ ਬੰਦਾ ਜਿਹਨੂੰ ਉਮਰ ਕੈਦ ਹੋਈ ਸੀ, ਇਹਨੇ ਜੇਲ੍ਹ ਦੇ ਵਿੱਚ ਸਿਰਫ 1 ਸਾਲ 11 ਮਹੀਨੇ 13 ਦਿਨ ਲਾਏ ਹੈ। ਚੌਥਾ ਆ ਬੰਦਾ ਹੈ ਜਿਹਨੂੰ ਉਮਰ ਕੈਦ ਹੋਈ ਸੀ, ਇਹਨੇ ਸਿਰਫ ਤੇ ਸਿਰਫ 1 ਸਾਲ 11 ਮਹੀਨੇ 7 ਦਿਨ ਜੇਲ੍ਹ ਦੇ ਵਿੱਚ ਲਾਏ ਹੈ। ਹੁਣ ਜਿਹੜੇ ਬੰਦੇ ਨੂੰ ਉਮਰ ਕੈਦ ਹੋਈ ਆ, ਇੱਕ ਨੂੰ ਉਮਰ ਕੈਦ ਹੁੰਦੀ ਹੈ 25-30 ਸਾਲਾਂ ਬਾਅਦ ਵੀ ਨਹੀਂ ਛੱਡਿਆ ਜਾ ਰਿਹਾ। ਪ੍ਰੋਫੈਸਰ ਭੁੱਲਰ ਵਰਗਿਆਂ ਨੂੰ ਜਿਹੜੇ ਮਾਨਸਿਕ ਤੌਰ ਤੇ ਵੀ ਪਰੇਸ਼ਾਨੀਆਂ ਵਿੱਚ ਨੇ, ਸਰੀਰਕ ਤੌਰ ਤੇ ਵੀ ਦਿੱਕਤਾਂ ਵਿੱਚ ਨੇ। ਦੂਜੇ ਪਾਸੇ ਜਿਹੜੇ ਆਹ ਡਾਕੂਮੈਂਟ ਮੈਂ ਤੁਹਾਨੂੰ ਦਿਖਾ ਰਿਹਾ, ਇਹਨਾਂ ਨੂੰ ਉਮਰ ਕੈਦ ਹੁੰਦੀ ਹੈ, ਪਰ ਇਹ 2-2 ਸਾਲਾਂ ਬਾਅਦ ਛੱਡੇ ਜਾਂਦੇ ਆ। ਕਿਉਂ ਭਲਾ? ਕਿਉਂਕਿ ਇਹਨਾਂ ਦੀ ਜਿਹੜੀ ਸਿਫਾਰਿਸ਼ ਹੈ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਅਤੇ ਡੀਜੀਪੀ ਪੰਜਾਬ ਪੁਲਿਸ ਨੇ ਕੀਤੀ ਆ।
ਤਾਂ ਇਹ ਬੰਦਿਆਂ ਦੀ ਸਿਫਾਰਿਸ਼ ਤਾਂ ਡੀਜੀਪੀ ਵਰਗਿਆਂ ਨੇ ਕਰ ਦਿੱਤੀ ਤੇ ਜਿਹੜੇ ਸਾਡੇ ਬੰਦੀ ਸਿੰਘ ਹੈ, ਸਾਡੇ ਯੋਧੇ ਹੈ, ਉਹਨਾਂ ਦੀ ਸਿਫਾਰਿਸ਼ ਤਾਂ ਸੰਗਤਾਂ ਨੇ ਕਰਨੀ ਹੈ। ਇਸ ਲਈ ਮੈਂ ਸਮੂਹ ਇਨਸਾਫ ਪਸੰਦ ਲੋਕਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਨੀ ਚਾਹੁੰਦਾ ਕਿ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਮਾਨਦਾਰੀ ਦੇ ਨਾਲ ਆਪਾਂ ਡਟ ਕੇ ਆਵਾਜ਼ ਬੁਲੰਦ ਕਰੀਏ। ਸਾਡੇ ਸਿੰਘ ਸਾਰੇ ਦੇ ਸਾਰੇ ਰਿਹਾ ਹੋਣ। ਔਰ ਕੇਜਰੀਵਾਲ ਸਰਕਾਰ ਨੂੰ ਖਾਸ ਤੌਰ ਤੇ ਕਹਿਣਾ, ਪਹਿਲਾਂ ਉਹਨਾਂ ਦੇ ਕੈਂਡੀਡੇਟ ਇਹ ਕਹਿੰਦੇ ਰਹੇ, ਬਾਨੀਪੁਰ ਸਾਹਿਬ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਕਿ ਸਾਡੀ ਹਿੰਦੂ ਵੋਟ ਟੁੱਟ ਜਾਣੀ ਹੈ। ਹਾਲਾਂਕਿ ਇਹ ਵੀ ਬਹੁਤ ਵੱਡਾ ਝੂਠ ਸੀਗਾ। ਸਾਡੇ ਪੰਜਾਬ ਦੇ ਹਿੰਦੂ, ਪੰਜਾਬ ਦੇ ਸਾਡੇ ਮੁਸਲਿਮ, ਸਾਡੇ ਈਸਾਈ, ਸਾਡੇ ਸਿੱਖ, ਸਮੂਹ ਇਨਸਾਫ ਪਸੰਦ ਲੋਕ ਇਹ ਚਾਹੁੰਦੇ ਆ ਕਿ ਜਿਹੜੇ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਾਂ ਦੁੱਗਣੀ ਸਜ਼ਾ ਕੱਟ ਚੁੱਕੇ ਆ, ਉਹ ਰਿਹਾ ਹੋਣ। ਮੈਂ ਦੱਸਣਾ ਚਾਹੁੰਦਾ ਕਿ ਜਦੋਂ ਪ੍ਰੋਫੈਸਰ ਭੁੱਲਰ ਸਾਹਿਬ ਦੇ ਮਸਲੇ ਤੇ ਹਸਤਾਖਰ ਮੁਹਿੰਮ ਚੱਲੀ ਤਾਂ 1 ਕਰੋੜ ਤੋਂ ਵੱਧ ਲੋਕਾਂ ਨੇ ਹਸਤਾਖਰ ਕਰਕੇ ਭੇਜੇ ਸੀਗੇ। ਸੋ ਇਹ ਜਿਹੜਾ ਪੂਰਾ ਮਸਲਾ ਤੁਹਾਡੇ ਧਿਆਨ ਵਿੱਚ ਲਿਆਂਦਾ ਹੈ ਕਿ ਨੋਟੀਫਿਕੇਸ਼ਨ ਦਾ ਕੀ ਚੱਕਰ ਹੈ। ਇਹਦੇ ਲਈ ਕੇਂਦਰ ਸਰਕਾਰ ਦੀ ਕੀ ਜ਼ਿੰਮੇਵਾਰੀ ਬਣਦੀ ਹੈ, ਕਰਨਾਟਕ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਔਰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ। ਕੇਜਰੀਵਾਲ ਨੂੰ ਸਿਰਫ ਅਸੀਂ 2 ਮਸਲਿਆਂ ਤੇ ਕਹਿ ਰਹੇ ਹਾਂ, ਇੱਕ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ, ਦੂਜਾ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਜਿਹੜੀ ਦਿੱਲੀ ਤੋਂ ਪੰਜਾਬ ਦੇ ਵਿੱਚ ਜੇਲ੍ਹ ਟ੍ਰਾਂਸਫਰ ਕਰਨੀ ਹੈ, ਉਹ ਕੇਜਰੀਵਾਲ ਸਰਕਾਰ ਨੇ ਕਰਨੀ ਹੈ। ਇਹ 2 ਕੰਮ ਅਸੀਂ ਵੋਟਾਂ ਵਾਲੇ ਦਿਨਾਂ ਵਿੱਚ ਵੀ ਕਹਿੰਦੇ ਰਹੇ ਹਾਂ। ਹੁਣ ਵੀ ਜਿੱਥੇ ਜਿੱਥੇ ਗੁਰਮਤਿ ਸਮਾਗਮ ਹੁੰਦੇ ਨੇ, ਜਿੱਥੇ ਦਰਬਾਰੇ ਖਾਲਸਾ ਜਥੇਬੰਦੀ ਦੇ ਪ੍ਰਚਾਰਕ ਜਾਂ ਹੋਰ ਵੀ ਸੁਹਿਰਦ ਵੀਰ ਕਿਤੇ ਵਿਚਰਦੇ ਆ, ਉੱਥੇ ਹਰ ਸਟੇਜ ਦੇ ਉੱਤੇ ਇਹ ਗੱਲ ਹੁੰਦੀ ਹੈ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਸੋ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਆਓ, ਡਟ ਕੇ ਇਹਨਾਂ ਸਿੰਘਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਜਿਉਂਦੇ ਜਾਗਦੇ ਮਨੁੱਖ ਹੋਣ ਦਾ ਸਬੂਤ ਦਈਏ, ਜਾਗਦੇ ਸਿਰਾਂ ਵਾਲੇ ਹੋਣ ਦਾ ਸਬੂਤ ਦਈਏ, ਆਪਣੀਆਂ ਜ਼ਮੀਰਾਂ ਨੂੰ ਜਗਾਈਏ। ਰਾਜਨੀਤਿਕ ਤੌਰ ਤੇ ਭਾਵੇਂ ਜਿਹੜੇ ਮਰਜ਼ੀ ਧਿਰ ਵਿੱਚ ਤੁਰੇ ਫਿਰੋ, ਪਰ ਘੱਟੋ ਘੱਟ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਉਹਦੇ ਤੇ ਸਾਨੂੰ ਡਟ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਭੁੱਲਾਂ ਚੁੱਕਾਂ ਲਈ ਮਾਫੀ, ਗੁਰੂ ਸਾਹਿਬ ਬਖਸ਼ਿਸ਼ ਕਰਨਗੇ। ਉਮੀਦ ਕਰਦੇ ਹਾਂ ਅਸੀਂ ਕਿ ਛੇਤੀ ਸੈਂਟੈਂਸ ਰਿਵਿਊ ਬੋਰਡ ਦੀ ਐਮਰਜੈਂਸੀ ਮੀਟਿੰਗ ਸੱਦ ਕੇ ਪ੍ਰੋਫੈਸਰ ਭੁੱਲਰ ਸਾਹਿਬ ਨੂੰ ਰਿਹਾ ਕੀਤਾ ਜਾਵੇ ਕੇਜਰੀਵਾਲ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।